ਇਹ ਜਗ੍ਹਾ ਜੋ ਹੈ ਪਰਮ ਪੂਜਯ ਸੰਤ ਬਾਬਾ ਪੂਰਨ ਸਿੰਘ ਜੀ ਕੀਨੀਆ ਦੇ ਵਿੱਚ ਕਰੀਚੋ ਟਾਊਨ ਦੇ ਵਿੱਚ 1925 ਦੇ ਵਿੱਚ ਇਸ ਜਗ੍ਹਾ ਤੇ ਆਏ। ਇਹ ਜੋ ਵਰਕਸ਼ਾਪ ਹੈ ਐਜ਼ ਅ ਕਰੀਚੋ ਵੈਗਨ ਵਰਕਸ ਜੋ ਕਿ 1925 ਦੇ ਵਿੱਚ ਐਸਟੈਬਲਿਸ਼ ਹੋਈ ਸੀ। ਇਹ ਬਿਜ਼ਨਸ ਸ਼ੁਰੂ ਕੀਤਾ ਸੀਗਾ, ਗੱਡਿਆਂ ਦੀ ਇੱਥੇ ਬਣਾਈ ਸ਼ੁਰੂ ਕੀਤੀ। ਉਹ ਜੋ ਗੱਡੇ ਹੈ ਟੀ ਸਟੇਟ ਦੇ ਵਿੱਚ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੇ ਜਾਂਦੇ ਸਨ। 1925 ਦੇ ਵਿੱਚ ਹੀ ਪਹਿਲੀ ਚਾਹ ਆਸਾਮ ਦੇ ਵਿੱਚੋਂ ਇੱਥੇ ਇੰਪੋਰਟ ਕਰਕੇ ਲਿਆਏ। ਇੱਥੇ ਪਲਾਂਟੇਸ਼ਨ ਜਿਹੜੀ ਪਹਿਲੀ ਚਾਹ ਦੀ ਹੋਈ ਆ 1925 ਦੇ ਵਿੱਚ ਹੋਈ ਆ। ਬਰੁਕਬੌਂਡ ਜੋ ਪੁਰਾਣੀਆਂ ਕੰਪਨੀਆਂ ਹਨ ਉਹਨਾਂ ਦੇ ਵਿੱਚ ਬਾਬਾ ਜੀ ਦੇ ਸਮੇਂ ਦੇ ਬਹੁਤ ਹੀ ਜ਼ਿਆਦਾ ਘਰ ਬਣਾਏ ਹੋਏ ਹਨ। ਹੋਰ ਇਮਾਰਤਾਂ ਸਕੂਲਾਂ ਦੀਆਂ, ਹੋਰ ਫੈਕਟਰੀਆਂ ਦੀਆਂ ਇਮਾਰਤਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਦਿਸਦੀਆਂ ਹਨ, ਹਰ ਵੀ ਮੌਜੂਦ ਹਨ। ਬਾਬਾ ਜੀ ਜਿੱਥੇ ਕਿਰਤ ਕਰਦੇ ਸਨ, ਆਪਣੇ ਬਿਜ਼ਨਸ ਕਰੀਚੋ ਵੈਗਨ ਵਰਕਸ ਦਾ ਕਰਦੇ ਸਨ, ਉੱਥੇ ਉਹਨਾਂ ਦੀ ਲਗਨ ਪਰਮਾਤਮਾ ਦੇ ਨਾਲ ਸੀਗੀ। ਸੇਵਾ ਕਰ ਤੋ ਹੀ ਨੇਕ ਕਾਮੀ, ਤਿਸ ਕੋ ਹੋਤ ਪਰਾਪਰਸ਼ਾਨੀ, ਗੁਰੂ ਮਹਾਰਾਜ ਦੇ ਬਚਨ ਹਨ। ਡਾਕ ਜੋ ਚੈਨਲ ਹੈ, ਇਸ ਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਫਤਿਹ ਅਰਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਇਸ ਜਗ੍ਹਾ 'ਤੇ ਖੜ੍ਹੇ ਹਾਂ, ਇਹ ਜਗ੍ਹਾ ਜੋ ਹੈ ਪਰਮ ਪੂਜਯ ਸੰਤ ਬਾਬਾ ਪੂਰਨ ਸਿੰਘ ਜੀ ਜੋ ਕਿ ਇਸ ਜਗ੍ਹਾ 'ਤੇ ਕੀਨੀਆ ਦੇ ਵਿੱਚ ਕਰੀਚੋ ਟਾਊਨ ਦੇ ਵਿੱਚ 1925 ਦੇ ਵਿੱਚ ਉਹ ਇਸ ਜਗ੍ਹਾ 'ਤੇ ਆਏ। ਉਹਨਾਂ ਨੇ ਇਹ ਜੋ ਵਰਕਸ਼ਾਪ ਹੈ ਐਜ਼ ਅ ਕਰੀਚੋ ਵੈਗਨ ਵਰਕਸ, ਇਹ ਜੋ ਕਿ 1925 ਦੇ ਵਿੱਚ ਐਸਟੈਬਲਿਸ਼ ਹੋਈ ਸੀ। ਇਹ ਬਿਜ਼ਨਸ ਸ਼ੁਰੂ ਕੀਤਾ ਸੀਗਾ। ਇੱਥੇ ਜੋ ਐਜ਼ ਪਰ ਦਾ ਜੋ ਸਿੰਪਲ ਹੈ ਕਾਟ ਹੈ ਆਪਣਾ, ਜਿਹਨੂੰ ਵੈਗਨ ਕਹਿ ਦਿੰਦੇ ਹਾਂ ਆਪਾਂ, ਪੰਜਾਬੀ 'ਚ ਗੱਡਾ ਕਹਿ ਦਿੰਦੇ ਹਾਂ, ਗੱਡਿਆਂ ਦੀ ਇੱਥੇ ਬਣਾਈ ਸ਼ੁਰੂ ਕੀਤੀ। ਉਹ ਜੋ ਗੱਡੇ ਹੈ ਟੀ ਸਟੇਟ ਦੇ ਵਿੱਚ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੇ ਜਾਂਦੇ ਸਨ। ਉਹਨਾਂ ਦਿਨਾਂ ਵਿੱਚ 1925 ਦੇ ਵਿੱਚ ਵੀ ਚਾਹ ਪਹਿਲੀ ਜਿਹੜੀ ਚਾਹ ਦੀਆਂ ਕੰਪਨੀਆਂ ਬਰੁਕਬੌਂਡ ਅਤੇ ਲਿਪਟਨ ਇਹ ਸਾਰੀਆਂ ਇੱਥੇ ਐਸਟੈਬਲਿਸ਼ ਹੋਈਆਂ। ਪਤਾ ਲੱਗਦਾ ਹੈ ਕਿ 1925 ਦੇ ਵਿੱਚ ਹੀ ਪਹਿਲੀ ਚਾਹ ਆਸਾਮ ਦੇ ਵਿੱਚੋਂ ਇੱਥੇ ਇੰਪੋਰਟ ਕਰਕੇ ਲਿਆਏ। ਇੱਥੇ ਪਲਾਂਟੇਸ਼ਨ ਜਿਹੜੀ ਪਹਿਲੀ ਚਾਹ ਦੀ ਹੋਈ ਆ 1925 ਦੇ ਵਿੱਚ ਹੋਈ ਆ। ਬਾਬਾ ਜੀ ਵੀ ਇਸ ਸਥਾਨ 'ਤੇ 1925 ਦੇ ਵਿੱਚ ਆਏ, ਜੋ ਕਿ ਅਗਲੇ ਸਾਲ 100 ਸਾਲ ਪੂਰਾ ਹੋ ਰਿਹਾ ਹੈ। ਅਤੇ ਸਾਰੇ ਇਹ ਜੋ 100 ਸਾਲ ਦੀ ਇੱਥੇ ਬਹੁਤ ਇੱਕ ਮਹਾਨ ਸਮਾਗਮ ਹੋ ਰਿਹਾ ਹੈ। ਭਾਈ ਸਾਹਿਬ ਮਹਿੰਦਰ ਸਿੰਘ ਜੀ ਜੋ ਕਿ ਹੁਣ ਮੌਜੂਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਚੇਅਰਮੈਨ ਹੈ ਅਤੇ ਸਪਿਰਿਚੁਅਲ ਲੀਡਰ ਹਨ, ਮਹਾਂਪੁਰਸ਼। ਉਹਨਾਂ ਨੇ ਉਲੀਕਿਆ ਗਿਆ ਹੈ ਕਿ ਅਗਲੇ ਸਾਲ ਇੱਥੇ ਇੱਕ ਵੱਡਾ ਸਮਾਗਮ ਕੀਤਾ ਜਾਵੇਗਾ, ਜਿਸ ਦੇ ਵਿੱਚ ਕਿ ਪਰਮ ਪੂਜਯ ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਉਹਨਾਂ ਦੇ ਯਾਦ ਦੇ ਵਿੱਚ 100 ਸਾਲ ਮਨਾ ਕੇ ਜਾਏਗਾ। ਤਾਂ ਜਿਸ ਦੇ ਵਿੱਚ ਕਿ ਬਹੁਤ ਦੂਰੋਂ ਨੇੜਿਓਂ ਸੰਗਤਾਂ, ਜਿਸ ਕੋ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਣਗੀਆਂ ਅਤੇ ਰਲ ਮਿਲ ਕੇ ਇਹ ਜੋ 100 ਸਾਲ ਦਾ ਸਮਾਗਮ ਮਨਾਇਆ ਜਾਵੇਗਾ। ਅਸਲ ਵਿੱਚ ਇਸ ਦੀ ਜੋ ਬਾਬਾ ਜੀ ਦੀ, ਬਾਬਾ ਪੂਰਨ ਸਿੰਘ ਦੀ ਜੋ ਹਿਸਟਰੀ ਹੈ, 1925 ਵਿੱਚ ਇੱਥੇ ਆਏ। ਇਹ ਜੋ ਵਰਕਸ਼ਾਪ ਦੇ ਵਿੱਚ ਉਹਨੇ ਆਪਣਾ ਕੰਮ ਕਰਦੇ ਸੀ, ਬਿਜ਼ਨਸ ਕਰਦੇ ਸੀ, ਜੋ ਕਿ ਵੈਗਨਾਂ ਬਣਾਉਣੀਆਂ ਸ਼ੁਰੂ ਕੀਤੀਆਂ। ਨਾਲ ਉਹਨਾਂ ਨੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ। ਅਸੀਂ ਦੇਖਦੇ ਹਾਂ ਬਰੁਕਬੌਂਡ ਜੋ ਪੁਰਾਣੀਆਂ ਕੰਪਨੀਆਂ ਹਨ ਉਹਨਾਂ ਦੇ ਵਿੱਚ ਬਾਬਾ ਜੀ ਦੇ ਸਮੇਂ ਦੇ ਬਹੁਤ ਹੀ ਜ਼ਿਆਦਾ ਘਰ ਬਣਾਏ ਹੋਏ ਹਨ। ਹੋਰ ਇਮਾਰਤਾਂ ਸਕੂਲਾਂ ਦੀਆਂ, ਹੋਰ ਫੈਕਟਰੀਆਂ ਦੀਆਂ ਇਮਾਰਤਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਦਿਸਦੀਆਂ ਹਨ, ਹਰ ਵੀ ਮੌਜੂਦ ਹਨ, ਜੋ ਕੋਈ ਉਹਨਾਂ ਦੀ ਪੁਰਾਣੀ ਨਿਸ਼ਾਨੀ ਹੈ ਉਸ ਕਰੀਚੋ ਵੈਗਨ ਵਰਕਸ ਦੀ। ਬਾਬਾ ਜੀ ਜਿੱਥੇ ਇਹ ਆਪਣਾ ਕਿਰਤ ਕਰਦੇ ਸਨ, ਆਪਣੇ ਬਿਜ਼ਨਸ ਕਰੀਚੋ ਵੈਗਨ ਵਰਕਸ ਦਾ ਕਰਦੇ ਸਨ, ਉੱਥੇ ਉਹਨਾਂ ਦੀ ਲਗਨ ਪਰਮਾਤਮਾ ਦੇ ਨਾਲ ਸੀਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹਨਾਂ ਨੇ ਖੂਬ ਸੇਵਾ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹਨੇ ਬਾਣੀ ਪੜ੍ਹੀ ਅਤੇ ਇੱਥੇ ਤੱਕ ਕਿ ਉਹਨੇ ਜੋ ਸੰਤਤਾਈ ਉਹਨੇ ਪ੍ਰਾਪਤ ਕੀਤੀ, ਉਸ ਵਾਸਤੇ ਨੂੰ ਪਹੁੰਚੇ।
ਜਿਸ ਅਵਸਥਾ ਦੇ ਵਿੱਚ ਪਹੁੰਚਣ ਨਾਲ ਕਿ ਇੱਥੇ ਹਜ਼ਾਰਾਂ ਵੀ ਘੱਟ ਹੋ ਜਾਂਦਾ ਹੈ। ਬੇਅੰਤ ਜੋ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਮਹਾਰਾਜ ਦੇ ਲੜ ਲਾਇਆ। ਅਤੇ ਇੱਥੋਂ ਹੀ ਨਹੀਂ ਇੱਕ ਜਥਾ ਜੋ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਉਹਦੇ ਵਿੱਚ ਹਜ਼ਾਰਾਂ ਹੀ ਮੈਂਬਰ ਹਨ ਜਿਹੜੇ ਕਿ ਵਲੰਟਰੀ ਕੰਮ ਕਰਦੇ ਹਨ, ਨਿਸ਼ਕਾਮ ਸੇਵਾ ਕਰਦੇ ਹਨ, ਆਪ ਕਿਰਤ ਕਰਦੇ ਹਨ। ਇੱਥੋਂ ਤੱਕ ਕਿ ਕਾਫੀ ਪੜ੍ਹੇ ਲਿਖੇ ਜੋ ਸੰਗਤ ਹੈ, ਹਾਈਲੀ ਐਜੂਕੇਟਡ ਪ੍ਰੋਫੈਸ਼ਨਲ ਜੋ ਜਥੇ ਵਿੱਚ ਹਨ, ਜੋ ਕਿ ਆਪਣੀ ਕਿਰਤ ਕਮਾਈ ਕਰਕੇ ਅਤੇ ਜਥੇ ਵਿੱਚ ਸੇਵਾ ਕਰਦੇ ਹਨ। ਜਿਸ ਸੇਵਾ ਦੇ ਵਿੱਚ ਗੁਰਬਾਣੀ ਪੜ੍ਹਨੀ, ਕੀਰਤਨ ਕਰਨਾ, ਹੋਰ ਜਿੰਨੀਆਂ ਵੀ ਸੇਵਾਵਾਂ ਹਨ ਇਹ ਜਥੇ ਵੱਲੋਂ ਹੋ ਰਹੀਆਂ ਹਨ। ਅਤੇ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ, ਇੰਡੀਆ ਦੇ ਵਿੱਚ 5 ਤਖ਼ਤ ਹਨ। ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ, ਪਟਨਾ ਸਾਹਿਬ, ਹਜ਼ੂਰ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ, 5 ਹੀ ਤਖ਼ਤਾਂ ਦੀ ਸੇਵਾ ਜੋ ਕਿ ਕੀਤੀ ਹੈ ਇਸ ਜਥੇ ਨੂੰ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਨੇ ਬਖਸ਼ ਕੇ ਉਹ ਸੰਪੂਰਨ ਕਰਾਈ ਹੈ। ਅਤੇ ਉੱਥੋਂ ਜਾਣਿਆ ਜਾਂਦਾ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਕਿਸੇ ਵੀ ਤਖ਼ਤ ਤੋਂ ਇਸ ਦੇ ਸੇਵਾ ਕਰਕੇ ਜਥਾ ਜਾਣਿਆ ਜਾਂਦਾ ਹੈ। ਇਹ ਜੋ ਸਾਰੀ ਬਖਸ਼ਿਸ਼ ਹੈ, ਅਸੀਂ ਦੇਖਦੇ ਹਾਂ ਕਿ ਮਹਾਂਪੁਰਸ਼ਾਂ ਦੀ ਕਮਾਈ, ਜੋ ਉਹਨਾਂ ਦੀ ਲਗਨ, ਉਹਨਾਂ ਦੀ ਜੋ ਲਿਵ ਪਰਮਾਤਮਾ ਨਾਲ ਲੱਗੀ ਹੋਈ ਸੀ, ਅਤੇ ਉਸ ਦੇ ਨਾਲ ਇਹ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਰਹੇ। ਅਤੇ ਨਾਲ ਇੱਕ ਹੋਰ ਵਿਲੱਖਣਤਾ ਹੈ ਜਥੇ ਦੀ ਵਿੱਚ ਕਿ ਜਿੰਨੇ ਵੀ ਇਹਦੇ ਸੇਵਾਦਾਰ ਹਨ, ਕਿਰਤੀ ਹਨ, ਕੋਈ ਪੇੜ ਨਹੀਂ ਹੈ, ਸਾਰੇ ਆਪਣੀ ਕਿਰਤ ਕਮਾਈ ਕਰਕੇ ਅਤੇ ਆਪਣਾ ਦਸਵੰਧ ਕੱਢਦੇ ਹਨ। ਸੇਵਾ ਕਰਨੀ, ਕਿਰਤ ਕਰਨੀ, ਵੰਡ ਛਕਣਾ, ਇਹ ਗੁਰੂ ਮਹਾਰਾਜ ਤੋਂ ਜੋ ਬਖਸ਼ਿਸ਼ ਲੈ ਕੇ ਮਹਾਂਪੁਰਸ਼ਾਂ ਨੇ ਇਹ ਚੀਜ਼ ਵੰਡੀ ਹੈ। ਤਾਂ ਅਸੀਂ ਤਾਂ ਇਹ ਕਹਿੰਦੇ ਹਨ ਕਿ ਜੋ ਜਥਾ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਇੱਕ ਨਿਸ਼ਕਾਮਤਾ ਦੀ ਯੂਨੀਵਰਸਿਟੀ ਹੈ, ਜਿੱਥੇ ਕਿ ਕੋਈ ਵੀ ਸੇਵਾਦਾਰ ਆਉਂਦਾ ਹੈ ਉਸ ਨੂੰ ਨਿਸ਼ਕਾਮਤਾ ਬਾਰੇ ਪਤਾ ਚੱਲਦਾ ਹੈ। ਨਿਸ਼ਕਾਮ ਸੇਵਾ ਕੀ ਹੈ, ਨਿਸ਼ਕਾਮ ਸੇਵਾ ਭਾਗਾਂ ਵਿੱਚ ਆਉਂਦੀ ਹੈ। ਅਤੇ ਨਿਸ਼ਕਾਮ ਹੋ ਕੇ ਜੋ ਸੇਵਾ ਕਰਨੀ ਹੈ, ਸੇਵਾ ਕਰ ਤੋ ਹੀ ਨੇਕ ਕਾਮੀ ਤਿਸ ਕੋ ਹੋਤ ਪ੍ਰਾਪਤ ਪਰੇਸ਼ਾਨੀ, ਗੁਰੂ ਮਹਾਰਾਜ ਦੇ ਬਚਨ ਹਨ। ਇਸ ਤਰ੍ਹਾਂ ਦੇਖਦੇ ਹਾਂ ਕਿ ਅਨੇਕਾਂ ਹੀ ਜੋ ਸੇਵਾਦਾਰ ਹਨ, ਸੇਵਾ ਕਰਦੇ ਹਨ, ਨਿਤਨੇਮ ਕਰਦੇ ਹਨ, ਬਾਣੀ ਪੜ੍ਹਦੇ ਹਨ, ਗੁਰੂਆਂ ਨਾਲ ਜੁੜੇ ਹੋਏ ਹਨ। ਅਤੇ ਜੋ ਕਿ ਸਿੱਖਾਂ ਦੇ ਵਿੱਚ, ਸਿੱਖੀ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਹੈ, ਮਹਾਂਪੁਰਸ਼ਾਂ ਦੀ ਇੱਕ ਦੇਣ ਹੈ। ਉਸ ਦੇਣ ਕਰਕੇ ਹੀ ਅਸੀਂ ਇੱਥੇ ਇਹ ਜੋ ਸਥਾਨ ਬਣਿਆ ਹੈ, ਇਹ ਜੋ ਸਥਾਨ ਬਣਿਆ ਹੈ, ਬਾਬਾ ਪੂਰਨ ਸਿੰਘ ਜੀ ਉਹ ਇੱਥੇ 1973 ਤੋਂ ਸਾਨੂੰ ਲੱਗਦਾ ਇੰਗਲੈਂਡ ਦੇ ਵਿੱਚ ਮਾਈਗ੍ਰੇਟ ਹੋ ਗਏ ਸਨ। ਅਤੇ ਉਸ ਤੋਂ ਬਾਅਦ ਇਹ ਜੋ ਬਖਸ਼ਾ ਜੋ ਹੈ ਉਹਨਾਂ ਦੇ ਸਪੁੱਤਰ ਭਾਈ ਦਦਾਰ ਸਿੰਘ ਜੀ, ਅਤੇ ਉਹਨਾਂ ਦੇ ਸਪੁੱਤਰ ਅੱਗੇ ਭਾਈ ਕਿਰਪਾਲ ਸਿੰਘ ਜੀ, ਭਾਈ ਰਘਬੀਰ ਸਿੰਘ ਜੀ, ਇਹ ਜੋ ਬਿਜ਼ਨਸ ਕ੍ਰਿਚੋ ਵੈਗਨ ਵਰਕਸ ਦਾ, ਉਹਨਾਂ ਨੇ ਕਾਫੀ ਸਮੇਂ ਤੱਕ ਇਸ ਬਿਜ਼ਨਸ ਨੂੰ ਕੰਟੀਨਿਊ ਰੱਖਿਆ। 1993 ਦੇ ਵਿੱਚ ਭਾਈ ਨਿਰੰਗ ਸਿੰਘ ਜੀ, ਜੋ ਕਿ ਬਾਬਾ ਪੂਰਨ ਸਿੰਘ ਤੋਂ ਬਾਅਦ ਉਹਨਾਂ ਨੇ ਸੇਵਾ ਸਾਂਭੀ, ਅਤੇ ਉਹ ਇੱਥੇ 93 ਦੇ ਵਿੱਚ ਆਏ ਅਤੇ ਅਸੀਂ ਵੀ ਉਹਨਾਂ ਦੇ ਦਰਸ਼ਨ ਕੀਤੇ, ਬਚਨ ਹੋਏ। ਅਤੇ ਉਹਨਾਂ ਨੇ ਇਹ ਗੱਲ ਕਹਿੰਦੇ ਸੀ ਕਿ ਇਹ ਜੋ ਜਗ੍ਹਾ ਹੈ, ਇੱਥੇ ਉਹਨਾਂ ਦਾ ਸੁਪਨਾ ਸੀਗਾ, ਉਹਨਾਂ ਦਾ ਸੰਕਲਪ ਸੀਗਾ ਕਿ ਇੱਕ ਸਥਾਨ ਬਣਾਇਆ ਜਾਵੇ। ਅਤੇ ਉਹਨਾਂ ਦੇ 96 ਦੇ ਵਿੱਚ ਸਾਨੂੰ ਲੱਗਦਾ ਉਹ ਸਰੀਰ ਛੱਡ ਗਏ। ਉਸ ਤੋਂ ਬਾਅਦ ਭਾਈ ਮਹਿੰਦਰ ਸਿੰਘ ਜੀ, ਜੋ ਕਿ ਮੌਜੂਦਾ ਇਸ ਜਥੇ ਦੇ ਮੁੱਖ ਸੇਵਾਦਾਰ ਹਨ, ਚੇਅਰਮੈਨ ਹਨ, ਉਹਨਾਂ ਨੇ ਸੇਵਾ ਸਾਂਭੀ। 1996 ਦੇ ਵਿੱਚ ਉਹ ਇਸ ਜਗ੍ਹਾ 'ਤੇ ਆਏ। ਇਸੇ ਹੀ ਵਰਕਸ਼ਾਪ ਦੇ ਵਿੱਚ ਉਹ ਪਹਿਲਾਂ ਉਹ ਇੰਟਰ ਹੋਏ। ਇੱਥੇ ਬੈਠਿਆਂ ਹੀ ਅਸੀਂ ਵੀ ਉਹਨਾਂ ਦੇ ਨਾਲ ਉਸ ਟਾਈਮ ਦੇ ਸੀ। ਅਤੇ ਉਹਨਾਂ ਨੇ ਇਸ ਤਰ੍ਹਾਂ ਇਹ ਜੋ ਇਸ ਸਥਾਨ ਬਣਾਉਣ ਦੀ ਯੋਜਨਾ ਉਸ ਟਾਈਮ ਆਰੰਭੀ। 96 ਦੇ ਵਿੱਚ ਇੱਥੇ ਅਖੰਡ ਪਾਠ ਸਾਹਿਬ ਹੋਏ। ਉਸ ਤੋਂ ਬਾਅਦ ਇੱਕ ਸੰਪਟ ਪਾਠ ਹੋਇਆ, ਜਿਸ ਦੇ ਵਿੱਚ ਕਿ ਇਸ ਸਥਾਨ ਦੇ ਨੀਂਹ ਪੱਥਰ ਰੱਖਿਆ ਗਿਆ। ਅਤੇ 97 ਦੇ ਵਿੱਚ ਇਸ ਸਥਾਨ ਦੀ ਉਸਾਰੀ ਸ਼ੁਰੂ ਹੋ ਗਈ। ਇਹ ਸਾਰੀ ਇਸ ਤਰ੍ਹਾਂ ਸ਼ੁਰੂ ਹੋਈ ਕਿ ਆਪ ਜੀ ਦੇਖਦੇ ਹਾਂ ਕਿ ਮਹਾਂਪੁਰਸ਼ਾਂ ਦਾ, ਭਾਈ ਸਾਹਿਬ ਦਾ ਜੋ ਵਿਜ਼ਨ ਸੀ ਕਿ ਇਸ ਸਥਾਨ ਦੇ ਵਿੱਚ ਜੋ ਬਾਬਾ ਜੀ ਦੀਆਂ ਜਿੰਨੀਆਂ ਵੀ ਚੀਜ਼ਾਂ ਹਨ, ਬਾਬਾ ਜੀ ਦੇ ਸਮੇਂ ਤੋਂ ਜੋ ਵੀ ਸਟਰਕਚਰ ਬਣਿਆ ਹੈ, ਇਮਾਰਤ ਬਣੀ ਹੈ,
ਉਸ ਨੂੰ ਇਨ ਟੱਚ ਰੱਖਣਾ ਹੈ, ਉਸੇ ਤਰ੍ਹਾਂ ਰੱਖਣਾ ਹੈ। ਤੇ ਇਹ ਇਸ ਤਰ੍ਹਾਂ ਇਹ ਡਿਜ਼ਾਈਨ ਕੀਤਾ ਗਿਆ ਕਿ ਇਹ ਜਿਸ ਜੋ ਵੀ ਸਾਰਾ ਉਹਨਾਂ ਦਾ ਪੁਰਾਣਾ ਸਟਰਕਚਰ ਹੈ ਉਹਨਾਂ ਦਾ ਬਣਿਆ ਹੋਇਆ, ਉਸ ਨੂੰ ਇਹ ਡਿਵੈਲਪ ਕੀਤਾ ਗਿਆ ਫਸਟ ਫਲੋਰ ਤੱਕ। ਉਸ ਤੋਂ ਬਾਅਦ ਫਿਰ ਅਗਲੀਆਂ ਜੋ ਇਮਾਰਤ ਦੀ ਉਸਾਰੀ ਹੁੰਦੀ ਰਹੀ। ਤੇ 1999 ਦੇ ਅਖੀਰ ਦੇ ਵਿੱਚ ਇਹ ਸਥਾਨ ਤਿਆਰ ਹੋ ਗਿਆ ਸੀ। 2000 ਦੇ ਵਿੱਚ ਇਸ ਦੀ ਓਪਨਿੰਗ ਸੈਰੇਮਨੀ ਕੀਤੀ ਗਈ, ਤੇ ਜਿਸ ਦੇ ਵਿੱਚ ਕਿ ਇੰਡੀਆ ਤੋਂ ਬਾਬਾ ਲਾਭ ਸਿੰਘ ਜੀ ਹੋਰ ਮਹਾਂਪੁਰਸ਼ ਇਸ ਸਥਾਨ 'ਤੇ ਇਸ ਓਪਨਿੰਗ ਸੈਰੇਮਨੀ 'ਤੇ ਆਏ। ਤੇ ਬੜੀ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਆਈਆਂ ਤੇ ਸਥਾਨ ਦੀ ਓਪਨਿੰਗ ਸੈਰੇਮਨੀ ਕੀਤੀ, ਜੋ ਅੱਜ ਤੱਕ ਇਸੇ ਤਰ੍ਹਾਂ 20-25 ਸਾਲ ਤੋਂ ਇਸ ਸਥਾਨ ਦੀ ਸੇਵਾ ਹੋ ਰਹੀ ਹੈ।